ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਜੋ ਵਿਸ਼ਾ ਹੈ ਉਹ ਦਾਸ ਵਾਸਤੇ ਦੁਨੀਆ ਦਾ ਸਭ ਤੋਂ ਇੰਪੋਰਟੈਂਟ ਵਿਸ਼ਾ ਹੈ ਔਰ ਇਸ ਤੋਂ ਉੱਪਰ ਹੋਰ ਕੋਈ ਵਿਸ਼ਾ ਨਹੀਂ ਹੈ, ਯਾਨੀ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਕਿ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ 'ਚ ਗੱਲ ਕਰੀਏ, ਇੱਕ ਜੋ ਧਾਰਨਾ ਸਮਾਜ ਦੇ ਵਿੱਚ ਚੱਲ ਰਹੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਪਗੜੀ ਧਾਰੀ ਔਰ ਸਿੱਖਾਂ ਦੇ ਗੁਰੂ ਹਨ, ਇਹ ਸਰਾਸਰ ਗਲਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਹਨ ਔਰ ਉਹਨਾਂ ਦਾ ਜੋ ਉਪਦੇਸ਼ ਹੈ ਉਹ ਪੂਰੀ ਮਾਨਵਤਾ ਵਾਸਤੇ ਹੈ, ਯਾਨੀ ਕਿ ਚਾਹੇ ਕੋਈ ਹਿੰਦੂ, ਮੁਸਲਮਾਨ, ਈਸਾਈ, ਪਾਰਸੀ, ਜੈਨੀ, ਬੋਧੀ ਕੋਈ ਵੀ ਹੈ, ਸਾਰੀ ਮਾਨਵਤਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਉਪਦੇਸ਼ ਹੈ ਉਹ ਸਭ ਦੇ ਵਾਸਤੇ ਹੈ, ਕਾਮਨ ਹੈ। ਬਾਬੇ ਨਾਨਕ ਦੇ ਘਰ ਦੇ ਵਿੱਚ ਕਿਸੇ ਵਾਸਤੇ ਵੀ ਦਰਵਾਜ਼ੇ ਬੰਦ ਨਹੀਂ ਹਨ। ਬ੍ਰਾਹਮਣ, ਖੱਤਰੀ, ਸੂਦ, ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੁਰੂ ਗ੍ਰੰਥ ਸਾਹਿਬ ਵਾਸਤੇ there is no religion, caste, creed or color. Guru Granth Sahib is the guru of everybody, and this is for the humanity, not for any particular community or class. So ਇਹ ਇੱਕ ਜਿਨ੍ਹਾਂ ਦੀ ਵੀ ਸੋਚ ਹੈ ਕਿ ਇਹ ਕਿਸੇ ਖਾਸ ਤਬਕੇ ਵਾਸਤੇ ਹੈ, ਇਹ ਸੌੜੀ ਸੋਚ ਹੈ। ਔਰ ਗੁਰੂ ਗ੍ਰੰਥ ਸਾਹਿਬ ਬਹੁਤ ਮਹਾਨ ਹਨ ਔਰ ਉਹ ਸਾਰੀ ਦੁਨੀਆ ਦੇ ਕਲਿਆਣ ਵਾਸਤੇ ਹਨ। ਸਾਧ ਸੰਗਤ ਜੀ, ਅੱਜ ਦਾ ਜੋ ਟੌਪਿਕ ਹੈ ਉਹ ਦਾਸ ਦੀ ਜ਼ਿੰਦਗੀ ਦਾ ਸਭ ਤੋਂ ਮਹਾਨ, ਸਭ ਤੋਂ ਵੱਡਾ, ਸਭ ਤੋਂ ਉੱਤਮ ਟੌਪਿਕ ਹੈ। ਔਰ ਇਸ ਤੋਂ ਉੱਪਰ, ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਦੁਨੀਆ ਦੇ ਵਿੱਚ ਹੋਰ ਕੋਈ ਵੀ ਚੀਜ਼ ਦਾਸ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਹੀਂ ਹੈ। ਸੋ ਸਾਧ ਸੰਗਤ ਜੀ, ਜਦੋਂ ਅਸੀਂ ਇਤਨੇ ਇੰਪੋਰਟੈਂਟ ਟੌਪਿਕ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਦਾਸ ਨੂੰ ਸਾਧ ਸੰਗਤ ਦੀ ਆਸ਼ੀਰਵਾਦ ਦੀ ਲੋੜ ਹੈ, ਤਾਂ ਕਿ ਦਾਸ ਆਪਣੀ ਤੁਛ ਬੁੱਧੀ ਦੇ ਨਾਲ ਇਤਨੇ ਮਹਾਨ ਟੌਪਿਕ ਦਾ ਐਟਲੀਸਟ ਕੁਛ ਇਨਸਾਫ ਕਰ ਸਕੇ। ਪੂਰੀ ਸੋਝੀ ਗੁਰੂ ਗ੍ਰੰਥ ਸਾਹਿਬ ਵਾਸਤੇ ਇੱਕ ਗੁਰੂ ਹੀ ਦੇ ਸਕਦਾ ਹੈ, ਕਿਸੇ ਇਨਸਾਨ ਜਾਂ ਕਿਸੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ। ਔਰ ਸਾਧ ਸੰਗਤ ਜੀ, ਜੋ ਆਸ਼ੀਸ਼ ਸਾਧ ਸੰਗਤ ਦੀ ਹੈ ਉਹ ਸਭ ਤੋਂ ਵੱਡੀ ਆਸ਼ੀਸ਼ ਹੈ। ਇਸ ਵੇਲੇ ਦਾਸ ਦੇ ਕੋਲ ਟਾਈਮ ਨਹੀਂ ਹੈ ਦੱਸਣ ਦਾ ਕਿ ਸਾਧ ਸੰਗਤ ਦੀ ਆਸ਼ੀਸ਼ ਸਭ ਤੋਂ ਵੱਡੀ ਆਸ਼ੀਸ਼ ਕਿਉਂ ਹੈ। ਕਦੇ ਟਾਈਮ ਮਿਲੇਗਾ ਤਾਂ ਇਸ ਦਾ ਵੀ ਖੁਲਾਸਾ ਕਰਾਂਗੇ। ਨਮੂਨੇ ਦੇ ਤੌਰ ਤੇ ਸਤ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ। ਸਤ ਸੰਗਤ ਕੀ ਹੈ? ਜਿੱਥੇ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਹੁੰਦੀ ਹੈ, ਉਸ ਦੇ ਗੁਣ ਗਾਏ ਜਾਂਦੇ ਹਨ, ਅਕਾਲ ਪੁਰਖ ਦਾ ਨਾਮ ਜਪਿਆ ਜਾਂਦਾ ਹੈ। ਇਸ ਕਰਕੇ ਜੋ ਸਾਧ ਸੰਗਤ ਦੀ ਅਸੀਸ ਹੈ ਉਹ ਸਭ ਤੋਂ ਉੱਤਮ ਔਰ ਸਭ ਤੋਂ ਵੱਡੀ ਅਸੀਸ ਹੈ। ਸੋ ਆਓ ਸਾਧ ਸੰਗਤ ਜੀ, ਸੰਗਤ ਦੀ ਆਸ਼ੀਰਵਾਦ ਲੈ ਕੇ ਅੱਜ ਦੇ ਮਹਾਨ ਟੌਪਿਕ ਦੀ ਸ਼ੁਰੂਆਤ ਕਰਦੇ ਹਾਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ 'ਚ ਜਾਣਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਗੁਰੂ ਦੇ ਬਾਰੇ 'ਚ ਜਾਣ ਲਿਆ ਜਾਏ। ਗੁਰੂ ਕੀ ਹੈ? ਗੁਰੂ ਦੀ ਲੋੜ ਕੀ ਹੈ? ਕਿ ਜ਼ਿੰਦਗੀ ਦੇ ਵਿੱਚ ਗੁਰੂ ਤੋਂ ਬਿਨਾਂ ਵੀ ਕੰਮ ਚੱਲ ਸਕਦਾ ਹੈ? ਅਗਰ ਅਸੀਂ ਗੁਰੂ ਦੇ ਬਾਰੇ 'ਚ ਸਮਝ ਲਾਂਗੇ ਤੇ ਸਾਨੂੰ ਅੱਗੇ ਇਸ ਟੌਪਿਕ ਦੇ ਵਿੱਚ ਆਸਾਨੀ ਹੋਏਗੀ। ਤਾਂ ਆਓ ਸਾਧ ਸੰਗਤ ਜੀ, ਪਹਿਲਾਂ ਅਸੀਂ ਗੁਰੂ ਦੀ ਲੋੜ ਬਾਰੇ ਜਾਣਦੇ ਹਾਂ। ਗੁਰਬਾਣੀ ਦਾ ਫਰਮਾਨ ਹੈ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਧ ਸੰਗਤ ਜੀ, ਅਗਰ ਦੁਨੀਆ ਦੇ ਵਿੱਚ 100 ਚੰਦਰਮਾ ਚੜ੍ਹ ਜਾਏ ਔਰ 1000 ਸੂਰਜ ਚੜ੍ਹ ਜਾਏ ਤੇ ਅੰਦਾਜ਼ਾ ਲਗਾਓ
कि कितना सूरज, कितना प्रकाश होएगा। साड़ियाँ ਇਹ ਜਿਹੜੀਆਂ ਭੌਤਿਕ ਅੱਖਾਂ न उस रोशनी ਨੂੰ नहीं झेल पाणगियां, इतना ज़्यादा प्रकाश होएगा। लेकिन गुरबाणी कुछ होर कह रही है। गुरबाणी का कहना है कि इतने चानन हुंदियां गुरबिन घोर अंधार। सत्संग जी, ऐसा क्यों है? ये इस वास्ते है कि गुरबाणी दे विच किसी भी सबजैक्ट के उत्ते कोई भी शक शुबा नहीं छड्डिया जाता। एवरीथिंग इज क्राइस्टल क्लीयर। जो साडा शरीर है, इस दे दो हिस्से हैं। एक साडा भौतिक शरीर यानी कि फिजिकल बॉडी जो सानू नज़र आती है, जिस दे नाल असीं चलते फिरते हैं, काम कार करते हैं। तो दूसरा शरीर जो इस तो ज़्यादा इंपॉर्टेंट है, वो है साडी रूह, आत्मा, चित्त, मन। ये सब इको ही हैं सत्संग जी। जो साडा शरीर है, भौतिक शरीर है, इसकी खुराक है अन्न पानी वातावरण। अन्न पानी तो बिना साडा शरीर नहीं चलता। अगर अन्न पानी नहीं मिलेगा तो यह शरीर खत्म हो जाएगा। यह शरीर साडा मिट्टी है और मिट्टी दे विच मिट्टी हो जाएगा। लेकिन जो साडा दूसरा शरीर है, आत्मा है, उसकी खुराक अन्न पानी नहीं है। उसकी खुराक गुरु का शब्द है, गुरु का नाम है। इस वास्ते गुरबाणी कहती है कि चाहे जितना मर्जी चानन होए, इत्ते चानन हुंदियां गुरबिन घोर अंधार। कि उस चानन की साड़ी रूह नूं, साड़ी आत्मा नूं कोई फायदा नहीं। साड़ी आत्मा की खुराक गुरु का शब्द, गुरु का नाम है। सत्संग जी, आत्मा, मन, रूह ये सब इको हैं। जैसे गुरबाणी का व्याख्यान है, मन तू जोत स्वरूप है अपना मूल पछाण। सो मन दे विच, आत्मा दे विच, रूह दे विच कोई फर्क नहीं। और इसकी जो खुराक है वह गुरु का शब्द है। और गुरु का शब्द मिलेगा तो आत्मा जीवित रहेगी। और सत्संग जी, देखते हैं कि गुरबाणी गुरु के बारे की खुलासा करती है। जो मंदिर को थामे थमन तो गुर का शब्द बने अस्थमन। सत्संग जी, जिस तरह कोई अगर वड्डी बिल्डिंग है, उसनों खड़े होने वास्ते, सहारे वास्ते थम्मा ते दीवारां की लोड़ हुंदी है, इस तरह जो साडा मन है उसनों सहारे वास्ते गुरु के शब्द की जरूरत है। जो पखाण नाव चढ़ तरे प्राणी गुरचरण लगत निस्तरे। जिस तरह सत्संग जी, अगर असी एक पत्थर नूं नदी तो पार कराना है, तो अगर असी उस पत्थर नूं पानी के उत्ते रखांगे तो वह डुब जाएगा। लेकिन अगर असी उसनूं नौका दे विच रख के पार करावांगे तो आसानी नाल पार हो जाता है। इस तरह प्राणी गुरचरण लगत निस्तरे। जो इंसान है वो गुरु के चरणों नूं लग के इस संसार समुद्र तो आसानी नाल पार हो जाता है। जो अंधकार दीपक प्रकाश गुरदर्शन देख मन होए विगास। जिस तरह सत्संग जी, अगर बहुत सारा अंधेरा है, अंधेरा सत्संग जी बहुत महान है। अगर कोपा अंधेरा होवे तो 1 फीट तो वध भी कुछ नज़र नहीं आता। और अगर एक छोटा जिहा दीपक उस अंधेरे दे विच जल जाए तो उस नाल प्रकाश हो जाता है। इस तरह गुरदर्शन देख मन होए विकास। गुरु के दर्शन देख के मन खिड़ जाता है। जो महा उद्यान में मार्ग पावे तो साधु संग बिल जोत प्रगटावे। जिस तरह अगर बहुत गहरा, बहुत वड्डा जंगल है और उधर कोई रास्ता ना मिले तो कितना मुश्किल होएगा, कितना दुखदाई होएगा। और फिर अचानक जदों कोई रास्ता मिल जाए तो कितनी खुशी होती है। इस तरह तो साधु संग मिल जोत प्रगटावे। साधु नूं मिल के मन दे विच जोत प्रगट हो जाती है, प्रकाश हो जाता है। भाग हुआ गुर संत मिलाया प्रभ अविनाशी घर में पाया। सत्संग जी, एक गल याद रखना कि गुरु तद ही मिलता है अगर वाहिगुरु अकाल पुरख कृपा करता है। भाग हुआ गुर संत मिलाया
ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਅਗਰ ਵਾਹਿਗੁਰੂ ਅਕਾਲ ਪੁਰਖ ਨੇ ਕਿਰਪਾ ਕੀਤੀ, ਗੁਰੂ ਮਿਲ ਗਿਆ, ਤਾਂ ਪ੍ਰਭੂ ਦੀ ਪ੍ਰਾਪਤੀ ਸਾਨੂੰ ਸਾਡੇ ਮਨ ਦੇ ਵਿੱਚ, ਦਿਲ ਦੇ ਵਿੱਚ ਹੀ ਹੋ ਜਾਂਦੀ ਹੈ। ਸਾਧ ਸੰਗਤ ਜੀ, ਇਸ ਦਾ ਵੀ ਜਰਾ ਖਿਆਲ ਰੱਖਣਾ ਕਿ ਜੋ ਪਰਮਾਤਮਾ ਹੈ, ਅਕਾਲ ਪੁਰਖ ਹੈ, ਉਸ ਦਾ ਵਾਸਾ ਸਾਡੇ ਸਰੀਰ ਦੇ ਵਿੱਚ ਹੀ ਹੈ। ਬਾਹਰ ਭਟਕਣ ਦੀ ਕੋਈ ਲੋੜ ਨਹੀਂ। ਬਹੁਤ ਸਾਰੀ ਦੁਨੀਆ ਬਾਹਰ ਭਟਕਦੀ ਹੈ, ਲੇਕਿਨ ਅਕਾਲ ਪੁਰਖ ਦਾ ਵਾਸਾ ਸਾਡੇ ਸਰੀਰ ਦੇ ਅੰਦਰ ਹੀ ਹੈ। ਔਰ ਬਾਬਾ ਫਰੀਦ ਜੀ ਇਸ ਦੀ ਪੁਸ਼ਟੀ ਇਸ ਤਰ੍ਹਾਂ ਕਰਦੇ ਹਨ, ਫਰੀਦਾ ਜੰਗਲ ਜੰਗਲ ਕਿਆ ਪਵੇਂ, ਬਣ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਬਾਹਰ ਕਿਆ ਢੂੰਡੇ। ਸੋ ਵਾਹਿਗੁਰੂ ਅਕਾਲ ਪੁਰਖ ਸਾਡੇ ਅੰਦਰ ਹੀ ਵਸਦਾ ਹੈ। ਜੋ ਗੁਰੂ ਦੀ ਕਿਰਪਾ, ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਮਿਲਦਾ ਹੈ, ਔਰ ਗੁਰੂ ਦੀ ਕਿਰਪਾ ਨਾਲ ਸਾਨੂੰ ਵਾਹਿਗੁਰੂ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਦਾ ਕੀ ਕੰਮ ਹੈ? ਜਦੋਂ ਗੁਰੂ ਗਿਆਨ ਰੂਪੀ ਸਲਾਈ ਕਿਸੇ ਇਨਸਾਨ ਦੀਆਂ ਅੱਖਾਂ ਦੇ ਵਿੱਚ ਪਾਉਂਦਾ ਹੈ, ਤਾਂ ਉਸ ਦਾ ਜੋ ਅੰਦਰ ਦਾ ਅੰਧੇਰਾ ਹੈ ਉਹ ਵਿਨਾਸ਼ ਹੋ ਜਾਂਦਾ ਹੈ, ਔਰ ਪ੍ਰਕਾਸ਼ ਉਸ ਦੇ ਮਨ ਦੇ ਵਿੱਚ ਆ ਜਾਂਦਾ ਹੈ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇੱਥੇ ਵੀ ਉਹੀ ਗੱਲ ਹੈ ਸਾਧ ਸੰਗਤ ਜੀ, ਕਿ ਅਗਰ ਪ੍ਰਭੂ ਨੇ ਕਿਰਪਾ ਕੀਤੀ ਤਾਂ ਹੀ ਸੰਤ ਮਿਲੇਗਾ, ਔਰ ਉਸੇ ਸੰਤ ਨੇ, ਉਸੇ ਗੁਰੂ ਨੇ ਤੁਹਾਡੇ ਮਨ ਦੇ ਵਿੱਚ ਪ੍ਰਕਾਸ਼ ਕਰਨਾ ਹੈ। ਸਾਧ ਸੰਗਤ ਜੀ, ਹੁਣ ਗੁਰਬਾਣੀ ਇੱਕ ਸਾਧੂ ਦੇ ਬਾਰੇ 'ਚ ਕੀ ਕਹਿੰਦੀ ਹੈ ਕਿ ਸਾਧੂ ਕਿਤਨਾ ਵੱਡਾ ਹੈ, ਕਿਤਨਾ ਮਹਾਨ ਹੈ। ਸਾਧ ਕੀ ਸ਼ੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧੂ ਜੋ ਹੈ, ਗੁਰੂ ਜੋ ਹੈ, ਕਿਤਨਾ ਵੱਡਾ ਹੈ, ਇਹ ਇੱਕ ਗੁਰੂ ਹੀ ਜਾਣ ਸਕਦਾ ਹੈ। ਸਾਡੇ ਪ੍ਰਾਣੀਆਂ ਦੇ ਵੱਸ ਦੀ ਗੱਲ ਨਹੀਂ ਕਿ ਅਸੀਂ ਇੱਕ ਕਿਸੇ ਗੁਰੂ ਦਾ, ਸਾਧ ਦਾ ਥਾਂ ਪਾ ਸਕੀਏ। ਔਰ ਬਾਬਾ ਨਾਨਕ ਇਹ ਕਹਿ ਰਹੇ ਹਨ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਇਹ ਭਾਈ, ਗੁਰੂ ਤੇ ਅਕਾਲ ਪੁਰਖ ਦੇ ਵਿੱਚ ਕੋਈ ਭੇਦ ਨਹੀਂ ਹੈ। ਗੁਰੂ ਹੀ ਅਕਾਲ ਪੁਰਖ ਹੈ, ਔਰ ਅਕਾਲ ਪੁਰਖ ਹੀ ਗੁਰੂ ਹੈ। ਇਸ ਦਾ ਖੁਲਾਸਾ ਸੰਤ ਸਿੰਘ ਜੀ ਮਸਕੀਨ ਬੜੇ ਸੁਚੱਜੇ ਢੰਗ ਨਾਲ ਕਰਦੇ ਹੁੰਦੇ ਸਨ ਕਿ ਅਗਰ ਵਾਹਿਗੁਰੂ ਅਕਾਲ ਪੁਰਖ ਘਰ ਹੈ ਤਾਂ ਗੁਰੂ ਦਰ ਹੈ, ਔਰ ਦਰ ਦੇ ਵਿੱਚੋਂ ਦੀ ਹੋ ਕੇ ਹੀ ਘਰ ਦੇ ਵਿੱਚ ਜਾਇਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਹੁਣ ਸਾਧ ਸੰਗਤ ਜੀ, ਆਓ ਦੇਖਦੇ ਹਾਂ ਕਿ ਕਬੀਰ ਸਾਹਿਬ ਦਾ ਗੁਰੂ ਦੇ ਬਾਰੇ 'ਚ ਔਰ ਅਕਾਲ ਪੁਰਖ ਦੇ ਬਾਰੇ 'ਚ ਕੀ ਵਿਚਾਰ ਹੈ। कबीर सेवा को दोए भले, एक संत एक राम, एक जो दाता मुक्त का संत जपावे, राम जो दाता मुक्त का संत जपावे नाम। कबीर साहब कहते हैं कि दोनों ही महान हैं, संत भी, राम भी और संत भी। राम जो दाता मुक्त का संत जपाए नाम। प्रभु मुक्ति देने वाला है और संत जो है प्रभु का नाम जपाਉਂਦਾ है। साध संगत जी, एक गल का ध्यान रखना, जो राम कबीर साहब कह रहे हैं, जहाँ जो राम वार वार गुरबाणी दे विच आया है, गुरु ग्रंथ साहब दे विच राम शब्द अनेकों बार, बहुत बार आया है, और वह राम दशरथ का बेटा, अयोध्या वाले दशरथ का बेटा राम नहीं है। ये राम अकाल पुरख का लखायक है। सो साढ़े बहुत सारे प्रचारक ज्ञानी जी हथ जोड़ के माफ़ी मंगते, पहला ये गलती करते हैं कि राम नूं अयोध्या वाले राम दे नाल जोड़ते हैं, जदों कि जो भी शब्द राम गुरु ग्रंथ साहब दे विच आया, राम का मतलब है अकाल पुरख। बाबा नानक ते इत्थों तक भी कहते हैं, बलहारी जावां जेते तेरे नौ, अकेला राम नहीं। श्री गुरु ग्रंथ साहब दे विच वाहिगुरू अकाल पुरख दे अनेक नाम हैं। सो इस गल का सत्संग जी हमेशा ध्यान रखना है। बिन सतगुर को नौ ना पाए, प्रभ ऐसी बनत बनाई है। प्रभु ने एक धारणा बना दी है, एक ऐसा कानून बना देता है कि बिना गुरु तो कोई नाम नहीं
ਪਾ ਸਕਦਾ। ਸਤਿਗੁਰ ਸਿੱਖ ਕੋ ਨਾਮ ਧਨ ਦੇ। ਇਹ ਗੁਰੂ ਦਾ ਕੰਮ ਹੈ ਕਿ ਆਪਣੇ ਸਿੱਖ ਨੂੰ ਨਾਮ ਧਨ ਦੇਣਾ, ਔਰ ਤਦੇ ਹੀ ਜੋ ਸਿੱਖ ਹੈ ਉਹ ਆਪਣੇ ਮੁਕਤੀ ਦੇ ਮਾਰਗ ਤੇ ਚੱਲ ਸਕਦਾ ਹੈ। ਸਾਧ ਸੰਗਤ ਜੀ, ਇੱਥੇ ਵੀ ਧਿਆਨ ਦੇਣਾ ਕਿ ਜੋ ਸਿੱਖ ਹੈ, ਸਿੱਖ ਦਾ ਮਤਲਬ ਇਹ ਨਹੀਂ ਹੈ ਕਿ ਜੋ ਪਗੜੀਧਾਰੀ ਹੈ, ਜਿਸ ਨੇ ਕੇਸ ਰੱਖੇ ਹਨ। ਸਿੱਖ ਦਾ ਮਤਲਬ ਹੈ ਸਟੂਡੈਂਟ। ਇਹ ਕਿਸੇ ਵੀ ਕਮਿਊਨਿਟੀ, ਕਿਸੇ ਵੀ ਮਜ਼ਹਬ, ਕਿਸੇ ਵੀ ਧਰਮ ਦਾ ਕੋਈ ਵੀ ਇਨਸਾਨ ਸਿੱਖ ਹੋ ਸਕਦਾ ਹੈ, ਜਿਹਦੇ ਅੰਦਰ ਇਹ ਚਾਹਤ ਹੈ ਕਿ ਮੈਂ ਸਿੱਖਣਾ ਹੈ। ਸੋ ਇਸ ਕਰਕੇ ਗੁਰਬਾਣੀ ਸਭ ਦੀ ਸਾਂਝੀ ਹੈ, ਔਰ ਸਿੱਖ ਕੋਈ ਵੀ ਹੋ ਸਕਦਾ ਹੈ। ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਏ। ਸਾਧੂ ਦੀ ਇੱਕ ਹੋਰ ਨਿਸ਼ਾਨੀ ਹੈ ਕਿ ਸਾਧਕ ਅਸਲੀ ਦੇ ਵਿੱਚ ਉਹੀ ਹੁੰਦਾ ਹੈ ਜਿਹਦੇ ਦਰਸ਼ਨ ਕਰਕੇ ਪਾਰ ਉਤਾਰਾ ਹੋ ਜਾਏ। ਸਾਧ ਸੰਗਤ ਜੀ, ਜਦੋਂ ਭੱਟ ਬਾਬੇ ਨਾਨਕ ਦੇ ਘਰ ਆਏ ਸਨ, ਇਹ ਨਹੀਂ ਸੀ ਕਿ ਭੱਟ ਸਿੱਧੇ ਬਾਬੇ ਨਾਨਕ ਦੇ ਘਰ ਪਹੁੰਚ ਗਏ ਸਨ। ਭੱਟਾਂ ਨੇ ਬਹੁਤ ਸਾਰੇ ਪਾਪੜ ਵੇਲੇ, ਬਹੁਤ ਸਾਰੇ ਤੀਰਥਾਂ 'ਤੇ ਗਏ, ਬਹੁਤ ਸਾਰਾ ਰਟਨ ਕੀਤਾ, ਬਹੁਤ ਸਾਰੇ ਮਹਾਂਪੁਰਖਾਂ ਨੂੰ ਮਿਲੇ, ਲੇਕਿਨ ਕਿਤੇ ਵੀ ਭੱਟਾਂ ਦੀ ਤਸੱਲੀ ਨਹੀਂ ਹੋਈ। ਔਰ ਜਦੋਂ ਭੱਟ ਸ੍ਰੀ ਗੁਰੂ ਨਾਨਕ ਜੀ ਦੇ ਘਰ ਆਉਂਦੇ ਹਨ ਔਰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਦੇ ਹਨ, ਤਾਂ ਦਰਸ਼ਨ ਕਰਦਿਆਂ ਹੀ ਭੱਟਾਂ ਦੀ ਨਿਸ਼ਾਨੀ, ਭੱਟਾਂ ਦੀ ਤਸੱਲੀ ਹੋ ਗਈ ਕਿ ਹੁਣ ਸਾਨੂੰ ਸਹੀ ਗੁਰੂ ਮਿਲ ਗਿਆ ਹੈ। ਔਰ ਉਸ ਤੋਂ ਬਾਅਦ ਕਈ ਪਾਤਸ਼ਾਹੀਆਂ ਦੇ ਨਾਲ ਭੱਟਾਂ ਨੇ ਕੰਮ ਕੀਤਾ ਔਰ ਮੁਕਤੀ ਵੀ ਪ੍ਰਾਪਤ ਕੀਤੀ। ਸੋ ਸੰਗਤ ਜੀ, ਸਾਧੂ ਦੀ ਇਹ ਨਿਸ਼ਾਨੀ ਹੈ ਕਿ ਜਿਸ ਦੇ ਦਰਸ਼ਨ ਕਰਨ ਨਾਲ ਹੀ ਇਨਸਾਨ ਤਰ ਜਾਂਦਾ ਹੈ। ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ। ਉਸੇ ਦੀ ਮੁਕਤੀ ਹੁੰਦੀ ਹੈ ਜੋ ਕਿਸੇ ਸਾਧੂ ਦੇ, ਸੰਤ ਦੇ ਸ਼ਰਨ ਪੈਂਦਾ ਹੈ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ ਆਵੇ। ਸਾਧ ਸੰਗਤ ਜੀ, ਗੁਰੂ ਤੋਂ ਬਿਨਾਂ ਗਿਆਨ ਨਹੀਂ ਆਉਂਦਾ ਔਰ ਮੁਕਤੀ ਦਾ ਰਸਤਾ ਨਹੀਂ ਲੱਭਦਾ। ਸਾਧ ਸੰਗਤ ਜੀ, ਧਿਆਨ ਦੇਣਾ, ਸਾਧੂ ਦੀ ਇੱਕ ਹੋਰ ਨਿਸ਼ਾਨੀ, ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ, ਹਰ ਜੀ ਵਸੇ ਸਾਧ ਕੀ ਰਸਨਾ। ਸਾਧੂ ਸੰਤ ਉਹੀ ਹੈ ਜਿਨ੍ਹਾਂ ਦੀ ਰਸਨਾ ਦੇ ਉੱਤੇ ਹਰੀ ਪਰਮਾਤਮਾ ਵਸਦਾ ਹੈ ਔਰ ਉਹ ਦਿਨ ਰਾਤ ਹਰੀ ਪਰਮਾਤਮਾ ਨੂੰ ਧਿਆਉਂਦੇ ਹਨ। ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਵਾਹਿਗੁਰੂ ਅਕਾਲ ਪੁਰਖ ਨੂੰ ਇੱਕ ਉਲਾਂਭਾ ਵੀ ਦਿੰਦੇ ਹਨ। ਔਰ ਸਾਧ ਸੰਗਤ ਜੀ, ਇਹ ਜੋ ਗੁਰੂਆਂ ਦੇ, ਸੰਤਾਂ ਦੇ ਅਕਾਲ ਪੁਰਖ ਨੂੰ ਉਲਾਂਭੇ ਹਨ, ਇਹ ਅਦਬ ਰੂਪੀ ਉਲਾਂਭੇ ਹੁੰਦੇ ਹਨ। ਜਿਸ ਤਰ੍ਹਾਂ ਕਿ ਇੱਕ ਬੱਚਾ, ਉਸ ਦੇ ਮਨ ਵਿੱਚ ਜੋ ਪਿਤਾ ਦਾ ਡਰ ਹੈ, ਉਹ ਅਦਬ ਰੂਪੀ ਡਰ ਹੈ। ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕੀ ਉਲਾਂਭਾ ਵਾਹਿਗੁਰੂ ਅਕਾਲ ਪੁਰਖ ਨੂੰ ਅਦਬ ਰੂਪੀ ਉਲਾਂਭਾ ਕੀ ਦਿੰਦੇ ਹਨ। ਹੇ ਵਾਹਿਗੁਰੂ ਅਕਾਲ ਪੁਰਖ, ਆਪ ਜੀ ਨੇ ਮੈਨੂੰ ਸਿਰਫ ਇੱਕੋ ਜੀਭਾ ਦਿੱਤੀ ਹੈ। ਤੁਹਾਡੇ ਨਾਮ ਦੇ ਵਿੱਚ ਇਤਨਾ ਰਸ ਹੈ, ਇਤਨੀ ਮਿਠਾਸ ਹੈ, ਇਤਨਾ ਆਨੰਦ ਹੈ ਕਿ ਮੈਂ ਇੱਕ ਜੀਵ ਦੇ ਨਾਲ ਤੁਹਾਡਾ ਸਿਮਰਨ ਨਹੀਂ ਕਰ ਸਕਦਾ, ਤੁਹਾਨੂੰ ਯਾਦ ਨਹੀਂ ਕਰ ਸਕਦਾ। ਇਸ ਕਰਕੇ ਮੈਨੂੰ 1 ਲੱਖ ਜੀਭਾ ਦਿਓ ਤਾਂ ਕਿ ਮੈਂ ਤੁਹਾਡਾ ਨਾਮ ਦਿਨ ਰਾਤ ਜਪ ਸਕਾਂ ਔਰ ਸੰਤੁਸ਼ਟੀ ਲੈ ਸਕਾਂ। ਸੋ ਇਹੀ ਇੱਕ ਲੱਛਣ ਹੋਰ ਸਾਧ ਸੰਗਤ ਜੀ ਗੁਰੂ ਦੇ ਬਾਰੇ 'ਚ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਉਹੀ ਸਾਧੂ ਸੰਤ ਹਨ, ਪੂਰਨ ਸੰਤ ਉਹੀ ਹਨ ਜਿਨ੍ਹਾਂ ਨੂੰ ਸਾਸ ਗਰਾਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਨਹੀਂ ਵਿਸਰਦਾ। ਗੁਰਬਾਣੀ ਦਾ ਫਰਮਾਨ ਹੈ, ਮਾਧੋ ਜਲ ਕੀ ਪਿਆਸ ਨਾ ਜਾਏ। ਤਾਂ ਉਹੀ ਸਾਧੂ ਹਨ ਜੋ ਦਿਨ ਰਾਤ ਪਰਮਾਤਮਾ ਨੂੰ ਯਾਦ ਕਰਦੇ ਹਨ। ਇਸੇ ਵਾਸਤੇ ਸਾਧੂ ਦੇ ਵਿੱਚ ਔਰ ਅਕਾਲ ਪੁਰਖ ਦੇ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਸਾਧੂ ਵੀ ਉਤਨਾ ਹੀ ਮਹਾਨ ਹੈ, ਗੁਰੂ ਵੀ ਉਤਨਾ ਹੀ ਮਹਾਨ ਹੈ, ਜਿਤਨਾ ਕਿ ਅਕਾਲ ਪੁਰਖ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ।
ਔਰ ਉਸ ਦੀ ਕੋਈ ਮਿਣਤੀ ਗਿਣਤੀ ਨਹੀਂ ਹੈ। ਸਾਧ ਸੰਗਤ ਜੀ, ਅੰਤ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਆਪ ਨਿਬੇੜਾ ਕਰਦੇ ਹਨ। ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰਸ ਪਾਰ। ਨੋਟ ਕਰਨਾ ਸਾਧ ਸੰਗਤ ਜੀ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰਸ ਪਾਰ। ਕੋ ਨਾਨਕ ਪ੍ਰਭ ਇਹ ਜਨਾਈ, ਗੁਰਬਿਨ ਮੁਕਤ ਨਾ ਪਾਈਏ ਭਾਈ। ਕਿਸੇ ਦੇ ਮਨ ਦੇ ਵਿੱਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਹੈ ਕਿ ਮੁਕਤੀ ਦਾਤਾ ਗੁਰੂ ਹੈ। ਗੁਰੂ ਤੋਂ ਬਿਨਾ ਕੋਈ ਪਾਰ ਉਤਾਰਾ ਕਿਸੇ ਦਾ ਨਹੀਂ ਹੋ ਸਕਦਾ। ਕੋ ਨਾਨਕ ਪ੍ਰਭ ਇਹ ਜਨਾਈ, ਗੁਰਬਿਨ ਮੁਕਤ ਨਾ ਪਾਈਏ ਭਾਈ। ਪ੍ਰਭੂ ਨੇ ਇਹ ਸਾਨੂੰ ਸੋਝੀ ਦਿੱਤੀ ਹੈ ਕਿ ਭਾਈ ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ। ਸੋ ਸਾਧ ਸੰਗਤ ਜੀ, ਅਗਰ ਅਸੀਂ ਗੁਰੂ ਦੇ ਬਾਰੇ 'ਚ ਸਮਝ ਗਏ ਹਾਂ ਤੇ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ 'ਚ ਸਮਝਣ ਦੇ ਵਿੱਚ ਕਾਫੀ ਆਸਾਨੀ ਹੋ ਜਾਏਗੀ। ਗੁਰਬਾਣੀ ਕਿਸੇ ਵੀ ਚੀਜ਼ ਦੇ ਉੱਪਰ ਨੂੰ ਭਰਮ ਭੁਲੇਖਿਆਂ ਵਿੱਚ ਨਹੀਂ ਰੱਖਦੀ, ਬਲਕਿ ਬਿਲਕੁਲ ਸਾਫ਼ ਕਲੀਅਰ ਕਰਦੀ ਹੈ। ਸੋ ਗੁਰੂ ਦੇ ਬਾਰੇ 'ਚ ਗੁਰਬਾਣੀ ਦਾ ਜੋ ਫਰਮਾਨ ਹੈ ਉਹ ਬਿਲਕੁਲ ਸਾਫ਼ ਹੈ ਕਿ ਗੁਰੂ ਜੋ ਹੈ ਉਹ ਮੁਕਤੀ ਦਾਤਾ ਹੈ। ਜਿਸ ਇਨਸਾਨ ਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਉਸੇ ਨੂੰ ਗੁਰੂ ਮਿਲਦਾ ਹੈ ਔਰ ਗੁਰੂ ਫਿਰ ਉਸ ਨੂੰ ਮੁਕਤੀ ਦਾ ਰਾਹ ਦਿਖਾਉਂਦਾ ਹੈ ਔਰ ਇਸੇ ਤਰੀਕੇ ਨਾਲ ਕਿਸੇ ਵੀ ਇਨਸਾਨ ਦਾ ਪਾਰ ਉਤਾਰਾ ਹੋ ਸਕਦਾ ਹੈ। ਸੋ ਸਾਧ ਸੰਗਤ ਜੀ, ਅੱਜ ਵਾਸਤੇ ਇਤਨੀ ਹੀ ਸੇਵਾ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।